ਤੁਸੀਂ ਸੁਣ ਰਹੇ ਹੋ ਕਿਤਾਬ ਮੇਰੀ ਰਾਮ ਕਹਾਣੀ। ਲੇਖਕ ਬਾਬਾ ਸੋਹਣ ਸਿੰਘ ਭਕਨਾ, ਸੰਪਾਦਕ ਰਾਜਵਿੰਦਰ ਸਿੰਘ ਰਾਹੀ। ਤੀਜੇ ਭਾਗ ਦੇ ਵਿੱਚ ਸੁਣੋ ਕੌਮੀ ਵਿਦਿਆ, ਮੇਰਾ ਅੱਲੜਪੁਣਾ, ਉਸਤਾਦ ਦੀ ਸੰਗਤ ਦਾ ਅਸਰ, ਮਿੱਤਰਾਂ ਦਾ ਹੇਤ, ਫਕੀਰ ਵੇਸ 'ਚ ਕੰਜਰਾਂ ਦੇ ਦਲਾਲ ਅਤੇ ਮੇਰੀ ਅਰਤੰਗਨੀ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮੀ ਵਿਦਿਆ। ਜੇ ਕੋਈ ਕੌਮ ਸੰਸਾਰ ਵਿੱਚ ਜਿਉਣਾ ਲੋਚਦੀ ਹੈ ਤਾਂ ਕੌਮੀ ਜੀਵਨ ਲਈ ਸਭ ਤੋਂ ਵੱਡੀ ਤੇ ਜ਼ਰੂਰੀ ਗੱਲ ਇਹ ਹੈ ਕਿ ਉਹ ਆਪਣੇ ਗੱਭਰੂਆਂ ਨੂੰ ਕੌਮੀ ਵਿਦਿਆ ਦੁਆਰਾ ਦੇਸ਼ ਭਗਤੀ, ਕੌਮੀ ਸੇਵਾ ਤੇ ਸੁਤੰਤਰ ਜੀਵਨ ਦੀ ਸਿੱਖਿਆ ਦੇਵੇ ਅਤੇ ਗੁਲਾਮੀ ਵੱਲੋਂ ਘਿਰਣਾ ਕਰਾਵੇ। ਗੈਰਾਂ ਦੀ ਨੌਕਰੀ ਨਾਲੋਂ ਹੱਥੀਂ ਕਿਰਤ ਕਮਾਈ ਕਰਨੀ ਚੰਗੀ ਸਮਝੇ। ਨਹੀਂ ਤਾਂ ਵਿਦਿਆ ਪ੍ਰਾਪਤੀ ਦਾ ਵਿਦੇਸ਼ੀ ਢੰਗ, ਵਿਦੇਸ਼ੀ ਬੋਲੀ, ਸੱਭਿਅਤਾ ਕੌਮੀ ਆਜ਼ਾਦੀ ਤੇ ਜੀਵਨ ਲਈ ਡਾਢੀ ਹਾਨੀਕਾਰਕ ਹੁੰਦੀ ਹੈ ਤੇ ਹੁੰਦੜੇਲ ਗੱਭਰੂਆਂ ਦੀ ਦਿਮਾਗੀ ਤੇ ਸਰੀਰਕ ਸਿਹਤ ਨੂੰ ਮਿਟਾਉਂਦੀ ਹੈ। ਕੋਈ ਕੌਮ ਓਪਰੀ ਬੋਲੀ ਤੇ ਵਿਦਿਆ ਪ੍ਰਾਪਤੀ ਦੇ ਓਪਰੇ ਢੰਗ ਦੁਆਰਾ ਸਿੱਖਿਆ ਲੈ ਕੇ ਕਦੇ ਵੱਧ ਫੁੱਲ ਨਹੀਂ ਸਕਦੀ ਤੇ ਨਾ ਹੀ ਗੈਰਾਂ ਦੀ ਗੁਲਾਮੀ ਤੋਂ ਉਸ ਵੇਲੇ ਤੱਕ ਛੁਟਕਾਰਾ ਹੀ ਪਾ ਸਕਦੀ ਹੈ ਜਦ ਤੱਕ ਕਿ ਉਹ ਆਪਣੀ ਬੋਲੀ ਵਿੱਚ ਸਾਹਿਤ, ਲਿਟਰੇਚਰ, ਲਿਖਤ ਭੰਡਾਰ ਨਾ ਬਣਾ ਲਵੇ ਤੇ ਵਿਦਿਆ ਦੇਣ ਦੇ ਢੰਗ ਨੂੰ ਇੰਨਾ ਸਹਿਲ ਨਾ ਬਣਾ ਲਵੇ ਕਿ ਜਿਸ ਨਾਲ ਬੱਚੇ ਸੌਖੇ ਹੀ ਸਮਝਣ ਤੇ ਉਹਨਾਂ ਦੀਆਂ ਆਤਮਿਕ ਤੇ ਸਰੀਰਕ ਤਾਕਤਾਂ ਸਹਿਜ ਭਾਵ ਵਧਣ ਫੁੱਲਣ। ਐਪਰ ਓਪਰੀ ਬੋਲੀ ਤੇ ਪਰਾਏ ਵਿਦਿਅਕ ਢੰਗ ਦੇ ਜੂਲੇ ਨੂੰ ਅਸੀਂ ਤਦੇ ਆਪਣੇ ਮੋਢਿਆਂ ਤੋਂ ਲਾ ਕੇ ਸੁੱਟ ਸਕਦੇ ਹਾਂ ਜਦੋਂ ਸਾਡਾ ਵਿਦਿਅਕ ਠੰਡਾ ਉਦੇਸ਼ ਐਨ ਠੀਕ ਹੋਵੇ। ਜਿਸ ਚਿਰ ਅਸੀਂ ਸਰਕਾਰੀ ਨੌਕਰੀਆਂ ਦੀ ਆਸ ਰੱਖਦੇ ਵਿਦਿਆ ਪ੍ਰਾਪਤ ਕਰਦੇ ਹਾਂ, ਉਸ ਚਿਰ ਅਸੀਂ ਵਿਦੇਸ਼ੀ ਬੋਲੀ, ਵਿਦਿਆ ਪ੍ਰਾਪਤੀ ਦੇ ਓਪਰੇ ਢੰਗ ਤੇ ਗੈਰ ਹਕੂਮਤ ਦੀ ਗੁਲਾਮੀ ਤੋਂ ਕਦੀ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ। ਹਿੰਦੀ ਗੱਭਰੂਆਂ ਦਾ ਦਿਲ ਦਿਮਾਗ ਤੇ ਉਹਨਾਂ ਦੀ ਯੋਗਤਾ ਤਦ ਹੀ ਵੱਧ ਫੁੱਲ ਸਕਦੀ ਹੈ ਜਦ ਉਹਨਾਂ ਨੂੰ ਆਦਿ ਤੋਂ ਲੈ ਕੇ ਅੰਤ ਤਾਈਂ ਆਪਣੀ ਦੇਸੀ ਬੋਲੀ ਵਿੱਚ ਸਿੱਖਿਆ ਦਿੱਤੀ ਜਾਵੇ ਅਤੇ ਵਿਦਿਆ ਦੇਣ ਦਾ ਢੰਗ ਵੀ ਉੱਤਮ ਹੋਵੇ, ਉਸਤਾਦ ਵੀ ਲਾਇਕ ਤੇ ਸਮਾਂ ਹੰਢੇ ਹੋਏ ਹੋਣ। ਪ੍ਰਾਇਮਰੀ ਤੱਕ ਤਾਂ ਬਾਲਕ ਆਪਣੇ ਸੂਬੇ ਦੀ ਬੋਲੀ ਵਿੱਚ ਵਿਦਿਆ ਪ੍ਰਾਪਤ ਕਰੇ ਤੇ ਉਸ ਤੋਂ ਬਾਅਦ ਉਹ ਉੱਚੀ ਸਿੱਖਿਆ ਆਪਣੀ ਦੇਸੀ ਬੋਲੀ ਅਰਥਾਤ ਹਿੰਦੁਸਤਾਨ ਦੀ ਸਾਂਝੀ ਬੋਲੀ ਵਿੱਚ ਦਿੱਤੀ ਜਾਵੇ। ਇਸ ਤਰ੍ਹਾਂ ਇੱਕ ਤਾਂ ਹਰੇਕ ਸੂਬੇ ਦੀ ਆਪੋ ਆਪਣੀ ਮਾਤ ਭਾਸ਼ਾ ਵੀ ਉੱਨਤ ਹੋ ਜਾਵੇਗੀ, ਨਾਲ ਹੀ ਸਾਰੇ ਹਿੰਦੁਸਤਾਨ ਵਿੱਚ ਇੱਕ ਸਾਂਝੀ ਬੋਲੀ ਪ੍ਰਚਲਿਤ ਹੋ ਜਾਵੇਗੀ ਜਿਸ ਦਾ ਹਾਲਾਂ ਘਾਟਾ ਹੈ ਤੇ ਜਿਸ ਦੇ ਨਾ ਹੋਣ ਕਰਕੇ ਸਾਡਾ ਕਾਫੀ ਨੁਕਸਾਨ ਹੋ ਰਿਹਾ ਹੈ। ਇੱਕ ਸੂਬੇ ਦਾ ਹਿੰਦੁਸਤਾਨੀ ਦੂਜੇ ਸੂਬੇ ਦੇ ਹਿੰਦੀ ਭਰਾ ਨਾਲੋਂ ਇੰਨਾ ਦੁਰਾਡਾ ਰਹਿੰਦਾ ਹੈ ਜਿਸ ਤਰ੍ਹਾਂ ਕਿ ਯੂਰਪ ਤੇ ਏਸ਼ੀਆ ਦੇ ਵਸਨੀਕ। ਇਸ ਦਾ ਇੱਕੋ ਕਾਰਨ ਹੈ ਕਿ ਦੇਸ਼ ਦੇ ਸਕੂਲਾਂ ਤੇ ਕਾਲਜਾਂ ਵਿੱਚ ਕੋਈ ਇੱਕ ਦੇਸੀ ਬੋਲੀ ਮੁਕਰਰ ਨਹੀਂ ਹੈ, ਜਿਸ ਕਰਕੇ ਇੱਕ ਸੂਬਾ ਹਿੰਦੀ ਦੂਜੇ ਸੂਬੇ ਦੇ ਹਿੰਦੀ ਨਾਲ ਖਿਆਲਾਂ ਦਾ ਵਟਾਂਦਰਾ ਕਰ ਸਕੇ। ਜੇ ਹਾਈ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਕਿਸੇ ਇੱਕ ਸਾਂਝੀ ਬੋਲੀ ਵਿੱਚ ਸਿੱਖਿਆ ਦਿੱਤੀ ਜਾਵੇ ਤਾਂ ਕੁਝ ਹੀ ਵਰ੍ਹਿਆਂ ਅੰਦਰ ਹਿੰਦੁਸਤਾਨ ਕੌਮੀਅਤ ਦੀ ਇੱਕ ਲੜੀ ਵਿੱਚ ਪਰੋਇਆ ਜਾ ਸਕਦਾ ਹੈ ਤੇ ਕੌਮ ਦਿਨਾਂ ਅੰਦਰ ਹੀ ਚੜ੍ਹਦੀਆਂ ਕਲਾਂ ਵਿੱਚ ਖੇਡ ਸਕਦੀ ਹੈ। ਦੇਸੀ ਬੋਲੀ ਤੋਂ ਭਾਵ ਇਹ ਨਹੀਂ ਕਿ ਸਿਵਾਏ ਹਿੰਦੁਸਤਾਨੀ ਬੋਲੀ ਤੋਂ ਵਿਦੇਸ਼ੀ ਬੋਲੀ ਸਿੱਖੇ ਹੀ ਨਾ ਜਾਂ ਗੈਰ ਜ਼ੁਬਾਨ ਦਾ ਸਾਹਿਤ ਹੀ ਨਾ ਪੜ੍ਹੀਏ। ਨਹੀਂ, ਅਜਿਹਾ ਸਮਝਣਾ ਮਨੁੱਖੀ ਉੱਨਤੀ ਦੇ ਉਲਟ ਹੋਵੇਗਾ। ਮੇਰਾ ਅਸਲ ਮਕਸਦ ਇਹ ਹੈ ਕਿ ਅੰਗਰੇਜ਼ੀ, ਫਾਰਸੀ, ਫਰਾਂਸੀਸੀ, ਜਰਮਨੀ ਤੇ ਲਾਤੀਨੀ ਆਦਿਕ ਬੋਲੀਆਂ ਮਨ ਮਰਜ਼ੀ ਦੇ ਮਜ਼ਮੂਨ ਵਿੱਚ ਰੱਖੇ ਜਾਣ ਅਤੇ ਸਾਰੀ ਜ਼ਰੂਰੀ ਵਿਦਿਆ ਹਿੰਦੁਸਤਾਨੀ ਬੋਲੀ ਵਿੱਚ ਹੋਵੇ। ਵਿਦੇਸ਼ੀ ਬੋਲੀ ਵਿੱਚ ਜੋ ਕਿਸੇ ਦਾ ਚਿੱਤ ਚਾਹੇ ਉਸ ਦਾ ਲਿਖਣਾ ਪੜ੍ਹਨਾ ਸਿੱਖ ਲਵੇ। ਬਾਕੀ ਸਾਰੇ ਮਜ਼ਮੂਨਾਂ ਦੀ ਪੜ੍ਹਾਈ ਜਿਹਾ ਕਿ ਹਿਸਾਬ, ਭੂਗੋਲਿਕ ਵਿਦਿਆ, ਜੋਗਰਾਫੀਆ, ਇਤਿਹਾਸ ਆਦਿਕ ਅਖੀਰ ਤੱਕ ਦੇਸੀ ਬੋਲੀ ਵਿੱਚ ਹੀ ਵਿਦਿਆਰਥੀ ਪੜ੍ਹੇ ਤਾਂ ਜੋ ਉਸ ਦੀ ਦਿਮਾਗੀ ਤਾਕਤ ਵਿਦੇਸ਼ੀ ਬੋਲੀ ਦੇ ਗੋਰਖ ਧੰਦੇ ਵਿੱਚ ਹੀ ਖਰਚ ਨਾ ਹੋਵੇ ਤੇ ਸਰੀਰਕ ਅਰੋਗਤਾ ਵੀ ਬਣੀ ਰਹੇ। ਤਰ੍ਹਾਂ ਦੇ ਲੈਕਚਰ ਵੀ ਦੇਸੀ ਬੋਲੀ ਵਿੱਚ ਹੀ ਹੋਣ ਤਾਂ ਜੋ ਵਿਦਿਆਰਥੀ ਸੁਖੱਲਾ ਹੀ ਹਰ ਇੱਕ ਗੱਲ ਸਮਝ ਸਕੇ। ਕੁਝ ਇੱਥੇ ਵੀ ਮੁੜ ਉਹ ਗੱਲ ਕਹਿਣੀ ਪੈਂਦੀ ਹੈ ਕਿ ਆਜ਼ਾਦੀ ਬਿਨਾਂ ਇਹ ਸਾਰੇ ਖਿਆਲ ਪੂਰੇ ਹੋਣੇ ਸੁਪਨੇ ਤੋਂ ਵੱਧ ਹੋਰ ਕੁਝ ਨਹੀਂ, ਕਿਉਂਕਿ ਵਿਰੋਧੀ ਵਿਦੇਸ਼ੀ ਹਕੂਮਤ ਇਹ ਕਦੇ ਨਹੀਂ ਜਰ ਸਕਦੀ
ਕਿ ਅਸੀਂ ਉਸ ਦੀ ਗੁਲਾਮੀ ਥੱਲਿਓਂ ਨਿਕਲ ਕੇ ਰਾਜਨੀਤੀ ਦੀ ਉੱਚ ਟੀਸੀ ਤੱਕ ਪੁੱਜ ਸਕੀਏ। ਪਰ ਸਾਨੂੰ ਇਸ ਵਿਦੇਸ਼ੀ ਤਾਕਤ ਤੋਂ ਕਦੀ ਭੈ ਭੀਤ ਨਹੀਂ ਹੋਣਾ ਚਾਹੀਦਾ ਤੇ ਮਰਦਾਂ ਵਾਂਗੂ ਵਾਧੇ ਦੇ ਮੈਦਾਨ ਵਿੱਚ ਪੈਰ ਰੱਖ ਦੇਣਾ ਚਾਹੀਦਾ ਹੈ, ਭਾਵੇਂ ਕਿਤਨੀ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ। ਬਿਨਾਂ ਕੁਰਬਾਨੀ ਦੇ ਕੋਈ ਕੌਮ ਵੀ ਸੰਸਾਰ ਵਿੱਚ ਜਿਉਂਦੀ ਨਹੀਂ ਰਹਿ ਸਕਦੀ ਤੇ ਨਾ ਹੀ ਵਿਦਿਆ ਦਾ ਉੱਚ ਆਦਰਸ਼ ਹੀ ਪ੍ਰਾਪਤ ਕਰ ਸਕਦੀ ਹੈ। ਇਸ ਲਈ ਆਜ਼ਾਦੀ ਦੀ ਦੇਵੀ ਨੂੰ ਪ੍ਰਸੰਨ ਕਰਨ ਲਈ ਸਾਨੂੰ ਹਰ ਤਰ੍ਹਾਂ ਦੀ ਕੁਰਬਾਨੀ ਕਰਨੀ ਹੀ ਪਵੇਗੀ। ਮੇਰਾ ਅੱਲੜਪੁਣਾ। ਅਜੇ ਮੈਂ ਪ੍ਰਾਇਮਰੀ ਦੀ ਪੰਜਾਬੀ ਜਮਾਤ ਵਿੱਚ ਹੀ ਪੜ੍ਹਦਾ ਸਾਂ ਕਿ ਮੇਰੀ ਦਾਦੀ ਜੀ ਚੜ੍ਹਾਈ ਕਰ ਗਏ। ਜਦੋਂ ਮੈਂ ਪ੍ਰਾਇਮਰੀ ਪਾਸ ਕਰ ਲਈ ਤਾਂ ਮੇਰੀ ਧਰਮ ਮਾਤਾ ਜੀ ਨੇ ਇਹ ਸਮਝ ਕੇ ਕਿ ਮੈਂ ਪੜ੍ਹ ਲਿਖ ਕੇ ਹੁਸ਼ਿਆਰ ਹੋ ਗਿਆ ਹਾਂ, ਸਾਰੀ ਜ਼ਮੀਨ ਦੀ ਦੇਖਭਾਲ ਦਾ ਕੰਮ ਮੈਨੂੰ ਸੌਂਪ ਦਿੱਤਾ। ਪਰ ਉਸ ਵਿਚਾਰੀ ਨੂੰ ਕੀ ਪਤਾ ਸੀ ਕਿ ਸੋਹਣ ਸਿੰਘ ਨੇ ਤਾਂ ਸਕੂਲ ਵਿੱਚ ਕਾਂ ਚਿੜੀਆਂ ਦੀਆਂ ਕਹਾਣੀਆਂ ਤੋਂ ਛੁੱਟ ਇੱਲ ਦਾ ਨਾਂ ਕੋਕੋ ਵੀ ਸਿੱਖਿਆ। ਮੇਰੇ ਅੱਲੜਪੁਣੇ ਤੋਂ ਲਾਹ ਖੱਟਣ ਵਾਲਿਆਂ ਨੂੰ ਹੁਣ ਇਹ ਸੁਹੰਡਣਾ ਸਮਾਂ ਹੱਥ ਲੱਗਾ ਤੇ ਉਹ ਵੈਰੀ ਮਿੱਤਰਾਂ ਦੇ ਭੇਖ ਵਿੱਚ ਮੇਰੇ ਮਗਰ ਪੈ ਗਏ, ਜੋ ਇਸ ਮੌਕੇ ਦੀ ਤਾੜ ਵਿੱਚ ਸਨ। ਜੇ ਮੈਂ ਕਟਰੂਆਂ ਵਸ਼ਰੂਆਂ ਲਈ ਪੈਲੀ ਬੰਨੇ ਤੋਂ 2 ਮੁੱਠੇ ਘਾਹ ਹੱਥੀਂ ਖੋਤ ਲੈਂਦਾ ਤੇ ਕਹਿੰਦੇ, ਸਰਦਾਰ ਜੀ ਇਹ ਘਾਹ ਢੋਣਾ ਆਪਦੀ ਸ਼ਾਨ ਨੂੰ ਸ਼ੋਭਦਾ ਨਹੀਂ, ਅਸੀਂ ਆਪਦੇ ਨੌਕਰ ਚੁਗਣ ਵਾਲੇ ਹਾਂ। ਹਾਏ ਅੱਲੜਪੁਣਿਆ, ਤੇਰਾ ਬੇੜਾ ਗਰਕ। ਹੁਣ ਮੈਂ ਸੱਚਮੁੱਚ ਹੀ ਉਹਨਾਂ ਲੋਕਾਂ ਨੂੰ ਆਪਣੇ ਸੱਚੇ ਹਿਤਕਾਰੀ ਤੇ ਗੂੜੇ ਮਿੱਤਰ ਸਮਝਦਾ ਹਾਂ। ਮੈਨੂੰ ਨਿਸ਼ਚਾ ਹੈ ਕਿ ਲੋੜ ਵੇਲੇ ਜ਼ਰੂਰ ਇਹ ਮੇਰੀ ਥਾਂ ਸਿਰ ਵਾਰਨ ਤੋਂ ਦਰੇਗ ਨਾ ਕਰਨਗੇ। ਆਖਰ ਮੇਰੇ ਅੱਲੜਪੁਣੇ ਦਾ ਉਹ ਹਾਲ ਹੋਇਆ ਜੋ ਅਜਿਹੀ ਦਸ਼ਾ ਵਿੱਚ ਅਕਸਰ ਹੋਇਆ ਕਰਦਾ, ਜੋ ਪਾਠਕਾਂ ਨੂੰ ਅਗਾੜੀ ਜਾ ਕੇ ਮਾਲੂਮ ਹੋ ਜਾਵੇਗਾ। ਉਸਤਾਦ ਦੀ ਸੰਗਤ ਦਾ ਅਸਰ। ਇਹ ਗੱਲ ਸਾਰੇ ਹੀ ਜਾਣਦੇ ਨੇ ਕਿ ਉਸਤਾਦ ਦੀ ਭਲੀ ਬੁਰੀ ਸੰਗਤ ਦਾ ਅਸਰ ਬਹੁਤ ਹੱਦ ਤੱਕ ਸ਼ਾਗਿਰਦਾਂ ਦੇ ਦਿਲ ਦਿਮਾਗ ਉੱਤੇ ਜ਼ਰੂਰ ਪੈਂਦਾ ਹੈ ਤੇ ਉਸਤਾਦ ਦਾ ਸਦਾਚਾਰ ਸ਼ਾਗਿਰਦਾਂ ਲਈ ਇੱਕ ਨਿਸ਼ਾਨਾ ਪੂਰਨਾ ਹੁੰਦਾ ਹੈ। ਭਾਵੇਂ ਮੈਂ ਮਦਰਸਾ ਹੁਣ ਛੱਡ ਹੀ ਚੁੱਕਾ ਸਾਂ, ਪਰ ਫਿਰ ਵੀ ਉਸਤਾਦ ਨਾਲ ਮੇਰਾ ਉਹ ਪ੍ਰੇਮ ਸੀ ਜੋ ਸ਼ਾਗਿਰਦਾਂ ਦਾ ਉਸਤਾਦ ਨਾਲ ਹੋਣਾ ਚਾਹੀਦਾ। ਮੈਂ 1-2 ਵੇਰ ਸਕੂਲੇ ਜ਼ਰੂਰ ਜਾਇਆ ਕਰਦਾ ਸਾਂ। ਹੁਣ ਮੇਰਾ ਤੇ ਉਸਤਾਦ ਦਾ ਗੁਰੂ ਵਾਲਾ ਨਾਤਾ ਤਾਂ ਟੁੱਟ ਚੁੱਕਾ ਸੀ, ਪਰ ਮਿੱਤਰਾਨਾ ਸੰਬੰਧ ਆਪੋ ਵਿੱਚ ਹੈਗਾ ਸੀ। ਫਿਰ ਵੀ ਸ਼ਾਗਿਰਦ ਹੋਣ ਦੇ ਕਾਰਨ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਸਾਂ। ਜਿਤਨਾ ਅਸਰ ਉਹਨਾਂ ਦਾ ਮੇਰੇ ਉੱਤੇ ਹੋ ਸਕਦਾ ਸੀ, ਮੈਂ ਆਪਣਾ ਹਰ ਇੱਕ ਕਾਰਜ ਵਧੇਰੇ ਉਹਨਾਂ ਦੇ ਸਲਾਹ ਮਸ਼ਵਰੇ ਨਾਲ ਹੀ ਕੀਤਾ ਕਰਦਾ ਸਾਂ। ਪਰ ਅਫਸੋਸ, ਉਸ ਭਲੇ ਲੋਕ ਦਾ ਚਾਲ ਚੱਲਣ ਚੰਗਾ ਨਹੀਂ ਸੀ। ਉਹ ਲੁਕ ਛਿਪ ਕੇ ਸ਼ਰਾਬ ਪੀ ਲੈਂਦਾ ਹੁੰਦਾ ਸੀ। ਜਿੰਨਾ ਚਿਰ ਮੈਂ ਸ਼ਾਗਿਰਦ ਦੀ ਹਾਲਤ ਵਿੱਚ ਰਿਹਾ, ਉਹਨਾਂ ਚਿਰ ਤਾਂ ਉਸ ਦਾ ਪਰਦਾ ਬਣਿਆ ਰਿਹਾ, ਪਰ ਜਦੋਂ ਮੈਂ ਉਹਨਾਂ ਦਾ ਮਿੱਤਰ ਬਣ ਗਿਆ ਤਾਂ ਮੇਰੇ ਉੱਤੇ ਉਸ ਦਾ ਸਾਰਾ ਪਾਜ ਉਗੜ ਗਿਆ। ਇਹ ਭੇਦ ਖੁੱਲ੍ਹਣਾ ਮੇਰੇ ਜੀਵਨ ਲਈ ਡਾਢਾ ਹਾਨੀਕਾਰਕ ਸਿੱਧ ਹੋਇਆ, ਕਿਉਂ ਜੋ ਮੈਂ ਵੀ ਉਸ ਦੇ ਨਾਲ ਲਾਲ ਪਰੀ ਸ਼ਰਾਬ ਦੇ ਜਾਲ ਵਿੱਚ ਫਸ ਗਿਆ ਤੇ ਲੋਕਾਂ ਤੋਂ ਚੋਰੀ ਉਸ ਦੇ ਨਾਲ ਸ਼ਰਾਬ ਦੇ ਪਿਆਲੇ ਗਟਕਾਉਣ ਲੱਗ ਪਿਆ। ਪਰ ਇਹ ਚੋਰੀ ਕਿੰਨਾ ਕੁ ਚਿਰ ਲੁਕੀ ਰਹਿ ਸਕਦੀ ਸੀ। ਕੁਝ ਦਿਨਾਂ ਮਗਰੋਂ ਹੀ ਮੇਰਾ ਇਹ ਭੇਤ ਪਿੰਡ ਦੇ ਲੋਕਾਂ ਉੱਤੇ ਖੁੱਲ੍ਹ ਗਿਆ ਤੇ ਕਿਸੇ ਨੇ ਇਹ ਗੱਲ ਮੇਰੀ ਧਰਮ ਮਾਤਾ ਜੀ ਦੇ ਕੰਨੀ ਵੀ ਜਾ ਪਾਈ, ਜਿਸ ਨੂੰ ਸੁਣ ਕੇ ਮੇਰੀਆਂ ਦੋਵੇਂ ਮਾਤਾ ਜੀ ਬਹੁਤ ਦੁਖੀ ਹੋਈਆਂ। ਜਦੋਂ ਮੈਂ ਰਾਤ ਨੂੰ ਘਰ ਆਇਆ ਤਾਂ ਮੇਰੀ ਧਰਮ ਮਾਤਾ ਜੀ ਨੇ ਮੈਨੂੰ ਇਉਂ ਸਮਝਾਉਣਾ ਸ਼ੁਰੂ ਕੀਤਾ, ਪੁੱਤਰ ਮੈਂ ਸੁਣਿਆ ਤੂੰ ਸ਼ਰਾਬ ਪੀਣ ਲੱਗ ਗਿਆ। ਇਸ ਗੱਲ ਤੇ ਅਸੀਂ ਦੋਵੇਂ ਭੈਣਾਂ ਦੁਖੀ ਕਰ ਦਿੱਤੀਆਂ ਹਨ, ਕਿਉਂ ਜੋ ਤੂੰ ਇੱਕ ਅਜਿਹੇ ਪਿਤਾ ਦੀ ਅੰਸ਼ ਹੈ ਜੋ ਸੁਪਨੇ ਵਿੱਚ ਵੀ ਅਜਿਹੇ ਕੰਮ ਦੇ ਰਾਹ ਨਹੀਂ ਸੀ ਜਾਂਦਾ। ਤੇਰਾ ਧਰਮ ਸ਼ਰਾਬ ਪੀਣਾ ਨਹੀਂ ਹੈ, ਫਿਰ ਤੂੰ ਹੈ ਇਕੱਲਾ। ਅਜਿਹੀ ਦਸ਼ਾ ਵਿੱਚ ਤੇਰੀ ਜਾਨ ਵੀ ਜੋਖਮ ਵਿੱਚ ਹੈ। ਪੁੱਤਰ ਤੂੰ ਅਸਾਂ ਦੋਹਾਂ ਵੱਲ ਨਿਗਾਹ ਕਰ, ਅਸਾਂ ਕਿੰਨਾ ਦੁੱਖਾਂ ਨਾਲ ਤੈਨੂੰ ਪਾਲਿਆ। ਕੀ ਹੁਣ ਤੇਰਾ ਇਹੋ ਧਰਮ ਹੈ ਕਿ ਸਾਨੂੰ ਸੁੱਖ ਦੇਣ ਦੀ ਥਾਂ ਦੁੱਖ ਦੇਵੇਂ? ਇਸ ਗੱਲ ਨੇ ਮੇਰੇ ਦਿਲ ਨੂੰ ਕਾਟ ਜ਼ਰੂਰ ਕੀਤੀ। ਉਂਝ ਵੀ ਮੈਨੂੰ ਉਹਨਾਂ ਦੇ ਸਾਹਮਣੇ ਬਹੁਤ ਲੱਜਾ ਪ੍ਰਤੀਤ ਹੋਈ, ਕਿਉਂ ਜੋ ਮੈਂ ਧਰਮ ਮਾਤਾ ਜੀ ਦਾ ਬਹੁਤ ਹੀ ਸਤਿਕਾਰ ਕਰਦਾ ਸਾਂ ਤੇ ਉਹਨਾਂ ਕੋਲੋਂ ਡਰਦਾ ਵੀ ਸਾਂ। ਹੁਣ ਮੈਂ ਸ਼ਰਾਬ ਪੀਣੀ ਛੱਡ ਦਿੱਤੀ, ਪਰ ਭੈੜੀ ਸੰਗਤ ਕਦੋਂ ਬਚਣ ਦਿੰਦੀ ਸੀ। ਆਖਰ 8-10 ਦਿਨਾਂ ਮਗਰੋਂ ਉਸਤਾਦ ਜੀ ਨੇ ਸਮਝਾ ਬੁਝਾ ਕੇ ਫਿਰ ਇਸ ਨੇਕ ਕੰਮ ਵਿੱਚ ਆਪਣੇ ਨਾਲ ਰਲਾ ਲਿਆ। ਬਸ ਫੇਰ ਕੀ ਸੀ, ਥੋੜ੍ਹੇ ਦਿਨਾਂ ਵਿੱਚ ਹੀ ਸਾਰੀ ਸੰਗ ਲੈ ਗਈ ਤੇ ਖੁੱਲ੍ਹ ਖੁੱਲ੍ਹਾ ਲਾਲ ਪਰੀ ਨਾਲ ਮੌਜ ਮੇਲਾ ਹੋਣ ਲੱਗ ਪਿਆ। ਮਿੱਤਰਾਂ ਦਾ ਹੇਤ। ਉਸਤਾਦ ਦੀ ਕਿਰਪਾ ਮਗਰੋਂ ਹੁਣ ਮਿੱਤਰਾਂ ਦੀ ਵਾਰੀ ਆਈ।
ਤੇ ਮੇਰੇ ਇਹ ਹਿਤਕਾਰੀ ਇਸ ਤਰ੍ਹਾਂ ਮੇਰੀ ਧਿਜਾ ਬਣਾਉਣ ਲੱਗੇ ਕਿ ਜੇ ਮਾਤਾ ਜੀ ਘਰੋਂ ਰੁਪਏ ਪੈਸੇ ਨਹੀਂ ਦਿੰਦੇ ਤਾਂ ਜੋ ਕੁਝ ਸਾਡੇ ਕੋਲ ਹੈ ਉਹ ਆਪ ਜੀ ਦਾ ਹੀ ਹੈ, ਜਿੰਨੀ ਲੋੜ ਹੋਵੇ ਆਪ ਖਰਚ ਕਰ ਸਕਦੇ ਹੋ। ਜਦੋਂ ਆਪ ਦੇ ਪਾਸ ਹੋਣਗੇ ਤਾਂ ਫਿਰ ਆਪ ਜੀ ਚਾਹੋ ਤਾਂ ਮੋੜ ਸਕਦੇ ਹੋ, ਜੇ ਨਾ ਚਾਹੋ ਤਾਂ ਵੀ ਕੋਈ ਪਰਵਾਹ ਨਹੀਂ, ਅਸੀਂ ਆਪ ਨੂੰ ਪੈਸੇ ਟਕੇ ਬਦਲੇ ਤੰਗ ਥੋੜ੍ਹਾ ਹੀ ਹੋਣ ਦੇਵਾਂਗੇ। ਮਿੱਤਰਾਂ ਦੀਆਂ ਚੋਪੜੀਆਂ ਚਾਪੜੀਆਂ ਗੱਲਾਂ ਸੁਣ ਕੇ ਮੇਰਾ ਹੌਸਲਾ ਹੋਰ ਵੀ ਵੱਧ ਗਿਆ ਤੇ ਮੈਂ ਸਮਝਣ ਲੱਗਾ ਕਿ ਜਿਸ ਦੀ ਪਿੱਠ ਪੂਰਨ ਵਾਲੇ ਅਜਿਹੇ ਸੱਚੇ ਮਿੱਤਰ ਹੋਣ ਉਸ ਨੂੰ ਫਿਕਰ ਹੀ ਕਿਸ ਗੱਲ ਦਾ ਹੈ। ਹੁਣ ਲੱਗੀ ਰਾਤ ਦਿਨ ਸ਼ਰਾਬ ਉੱਡਣ ਤੇ ਯਾਰਾਂ ਦੋਸਤਾਂ ਦੀ ਮੰਡਲੀ ਦਾ ਭੀੜ ਭੜੱਕਾ ਰਹਿਣਾ। ਮੇਰੇ ਪਿਤਾ ਜੀ ਦੇ ਹਿਤਕਾਰੀ ਮਿੱਤਰਾਂ ਦੋਸਤਾਂ ਨੇ ਮੈਨੂੰ ਸਮਝਾਉਣ ਦਾ ਯਤਨ ਕੀਤਾ ਵੀ, ਪਰ ਉਹਨਾਂ ਦਾ ਸਮਝਾਉਣਾ ਤਾਂ ਨਿਰਾ ਜ਼ੁਬਾਨੀ ਹੀ ਸੀ, ਪਰ ਮਿੱਤਰਾਂ ਦਾ ਹਿੱਤ ਤਨੋ ਮਨੋ ਲਾ ਕੇ ਸੀ, ਜੋ ਮੇਰੀ ਖਾਤਰ ਸਦਾ ਆਪਣੇ ਰੁਪਇਆਂ ਦੀਆਂ ਥੈਲੀਆਂ ਦੇ ਮੂੰਹ ਖੋਲ੍ਹਣ ਲਈ ਤਿਆਰ ਰਹਿੰਦੇ ਸਨ। ਭਲਾ ਅਜਿਹੀ ਦਸ਼ਾ ਵਿੱਚ ਉਹਨਾਂ ਸੱਚੇ ਸ਼ੁਭ ਚਿੰਤਕਾਂ ਦਾ ਮੇਰੇ ਉੱਤੇ ਕੀ ਅਸਰ ਹੋ ਸਕਦਾ ਸੀ ਜੋ ਮੈਨੂੰ ਬਰਬਾਦੀ ਦੇ ਮੂੰਹੋਂ ਬਚਾਉਣਾ ਚਾਹੁੰਦੇ ਸਨ। ਗੱਲ ਕੀ ਆਖਰ ਮਿੱਤਰਾਂ ਦੇ ਭੇਸ ਵਿੱਚ ਮੇਰੇ ਮਗਰ ਪਏ ਵੈਰੀਆਂ ਦੀ ਹੀ ਜਿੱਤ ਹੋਈ। ਮਨੁੱਖ ਨੂੰ ਇਸ ਸੰਸਾਰ ਵਿੱਚ ਦੋਸਤ ਦੁਸ਼ਮਣ ਦੀ ਜਾਂਚ ਕਰਨੀ ਉਨਾ ਚਿਰ ਬਹੁਤ ਮੁਸ਼ਕਲ ਹੈ ਜਿੰਨਾ ਚਿਰ ਉਸ ਸੰਸਾਰ ਨੂੰ ਚੰਗੀ ਤਰ੍ਹਾਂ ਹੰਢਾ ਨਾ ਵੇਖੇ। ਦੋਸਤ ਦੁਸ਼ਮਣ ਦੀ ਪਛਾਣ ਲਈ ਸਿਰਫ ਇਹੋ ਕਸਵੱਟੀ ਹੈ, ਲੋਕ ਸਾਨੂੰ ਬੁਰੇ ਰਾਹ ਪਾਉਣ ਸਮਝ ਲਓ ਕਿ ਉਹ ਵੈਰੀ ਹਨ, ਭਾਵੇਂ ਉਹ ਉਤੋਂ ਮਿੱਤਰਾਂ ਦੇ ਭੇਸ ਵਿੱਚ ਹੀ ਕਿਉਂ ਨਾ ਹੋਣ। ਸਾਡੇ ਸੱਚੇ ਮਿੱਤਰ ਤੇ ਸ਼ੁਭ ਚਿੰਤਕ ਉਹ ਹਨ ਜੋ ਸਾਨੂੰ ਸੱਚੇ ਰਸਤੇ ਉੱਪਰ ਲੈ ਜਾਣ। ਜਦੋਂ ਸ਼ਰਾਬ ਦੇ ਦੌਰ ਚੱਲਦਿਆਂ ਨੂੰ 2-2.5 ਮਹੀਨੇ ਲੰਘ ਗਏ ਤਾਂ ਇੱਕ ਦਿਨ ਸ਼ਰਾਬ ਦੇ ਠੇਕੇਦਾਰ ਨੇ ਮੈਨੂੰ ਆਖਿਆ, ਸਰਦਾਰ ਜੀ ਅੱਜ ਮੈਨੂੰ ਰੁਪਏ ਦੀ ਲੋੜ ਹੈ। ਅਜੇ ਇਹ ਬੋਲ ਠੇਕੇਦਾਰ ਦੇ ਮੂੰਹੋਂ ਪੂਰੇ ਨਹੀਂ ਸੀ ਨਿਕਲੇ ਕਿ ਲਾਗਿਓ ਮੇਰਾ ਇੱਕ ਦੋਸਤ ਛੇਤੀ ਨਾਲ ਬੋਲ ਉੱਠਿਆ, ਆਖਿਓ ਸਰਦਾਰ ਜੀ ਨੂੰ ਕੀ ਆਨਾ ਹੈ, ਜੋ ਲੈਣਾ ਹੈ ਸਾਨੂੰ ਆਖ, ਦੱਸ ਖਾਂ ਤੇਰਾ ਕੀ ਲੇਖਾ ਪਤਾ ਹੈ। ਠੇਕੇਦਾਰ ਨੇ ਗਿਣ ਗਣਾ ਕੇ 800 ਦੱਸਿਆ। ਮੇਰੇ ਮਿੱਤਰ ਨੇ ਸੁਣ ਕੇ ਉੱਤਰ ਦਿੱਤਾ, ਬਸ ਇਹੋ ਕੁਝ ਸੀ। ਮੇਰੇ ਬੇਲੀ ਦਾ ਭਾਵ ਇਸ ਤੋਂ ਵੀ ਸੀ ਕਿ ਬੇਅਕਲਾ ਤੂੰ ਬਹੁਤ ਘੱਟ ਹਿਸਾਬ ਦੱਸਿਆ। ਬਸ ਫੇਰ ਕੀ ਸੀ। ਦੋਸਤ ਨੇ ਠੇਕੇਦਾਰ ਨੂੰ ਆਖ ਦਿੱਤਾ ਕਿ 13 ਰੁਪਇਆ ਭਲਕੇ ਦਿੱਤਾ ਜਾਵੇਗਾ। ਹੁਣ ਅਗਾੜੀ ਲਾਹੌਰ ਦਾ ਚਿਰਾਗਾਂ ਦਾ ਮੇਲਾ ਵੀ ਨੇੜੇ ਸੀ। ਯਾਰ ਮੰਡਲੀ ਵਿੱਚ ਉੱਥੇ ਬੈਠਿਆਂ ਹੀ ਸਲਾਹ ਬਣ ਗਈ ਕਿ ਚਿਰਾਗਾਂ ਦਾ ਮੇਲਾ ਜ਼ਰੂਰ ਦੇਖਣਾ। ਇੱਕ ਮਿੱਤਰ ਨੇ ਸਵਾਲ ਪੇਸ਼ ਕੀਤਾ ਕਿ ਚਿਰਾਗਾਂ ਦੇ ਮੇਲੇ ਉੱਪਰ 500-600 ਰੁਪਏ ਦੀ ਲੋੜ ਹੋਵੇਗੀ, ਇਸ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ। ਮੇਰਾ ਉਹ ਦੋਸਤ ਫੇਰ ਬੋਲ ਉੱਠਿਆ ਕਿ ਰੁਪਏ ਦਾ ਫਿਕਰ ਨਾ ਕਰੋ, ਰੁਪਇਆ ਭਲ ਕੇ ਹੀ ਲੈ ਆਵਾਂਗੇ। ਅਗਲੇ ਦਿਨ ਜਦੋਂ ਯਾਰ ਮੰਡਲੀ ਸ਼ਰਾਬ ਪੀਣ ਲਈ ਫੇਰ ਇਕੱਠੀ ਹੋਈ ਤਾਂ ਠੇਕੇਦਾਰ ਨੇ ਮੇਰੇ ਉਸ ਮਿੱਤਰ ਨੂੰ ਕਿਹਾ ਕਿ ਅੱਜ ਰੁਪਇਆ ਮੈਨੂੰ ਜ਼ਰੂਰ ਮਿਲ ਜਾਣਾ ਚਾਹੀਦਾ ਹੈ, ਕਿਉਂ ਜੋ ਮੈਂ ਹੋਰ ਸ਼ਰਾਬ ਲੈਣ ਜਾਣਾ ਹੈ। ਉੱਤਰ ਵਿੱਚ ਉਸਨੇ ਕਿਹਾ, ਰੁਪਇਆ ਕੀ ਲਾਇਆ, ਅੱਜ ਤੈਨੂੰ ਮਿਲ ਜਾਵੇਗਾ। ਥੋੜ੍ਹਾ ਚਿਰ ਦੌਰ ਚੱਲਣ ਦੇ ਤੇ ਕੁਝ ਨਸ਼ਾ ਖੇਡ ਲੈਣ ਦੇ। ਮਗਰੋਂ ਮੇਰੇ ਮਿੱਤਰ ਨੇ ਮੈਨੂੰ ਆਖਿਆ ਕਿ ਠੇਕੇਦਾਰ ਨੂੰ ਦੇਣ ਲਈ ਤੇ ਚਿਰਾਗਾਂ ਦੇ ਮੇਲੇ ਵਾਸਤੇ ਮੇਰੀ ਜਾਚੇ 1000 ਰੁਪਇਆ ਬਥੇਰਾ ਹੋਵੇਗਾ। ਮੈਂ ਹਾਂ ਆਖਿਆ ਤਾਂ ਉਹ ਰੁਪਇਆ ਲੈਣ ਵਾਸਤੇ ਚਲਾ ਗਿਆ। ਥੋੜ੍ਹੇ ਚਿਰ ਮਗਰੋਂ ਉਸਨੇ ਮੁੜ ਕੇ ਆਖਿਆ ਕਿ ਮੇਰੇ ਪਾਸ ਤਾਂ ਰੁਪਇਆ ਪੂਰਾ ਨਹੀਂ ਨਿਕਲਿਆ, ਪਰ ਮੈਂ ਇੱਕ ਸ਼ਾਹੂਕਾਰ ਨਾਲ ਸਾਰੀ ਗੱਲ ਕੱਥ ਕਰ ਲਈ ਹੈ। ਉਹ ਕਹਿੰਦਾ ਹੈ ਕਿ ਜੇ ਸੋਹਣ ਸਿੰਘ ਖੁਦ ਆ ਮੇਰੀ ਬਹੀ ਉੱਤੇ ਲਿਖ ਦੇਵੇ ਤਾਂ ਮੈਂ ਉਸ ਨੂੰ ਜਿੰਨਾ ਉਹ ਮੰਗੇ ਰੁਪਇਆ ਦੇ ਸਕਦਾ ਹਾਂ। ਇਸ ਲਈ ਆਪ ਰਤਾ ਮੇਰੇ ਨਾਲ ਚੱਲੋ ਤੇ ਰੁਪਇਆ ਲੈ ਆਓ। ਮਿੱਤਰ ਦੇ ਆਖੇ ਲੱਗ ਕੇ ਮੈਂ ਨਾਲ ਗਿਆ ਤੇ ਬਹੀ ਉੱਤੇ ਲਿਖ ਦਿੱਤਾ ਕਿ 2 ਰੁਪਇਆ ਸੈਂਕੜੇ ਵਿਆਜ ਉੱਪਰ, ਇਸ ਤੋਂ ਮੈਂ 1000 ਕਰਜ਼ਾ ਚੁੱਕਦਾ। ਗੱਲ ਕੀ ਮੈਂ 1000 ਰੁਪਇਆ ਲੈ ਕੇ ਯਾਰ ਮੰਡਲੀ ਵਿੱਚ ਮੁੜ ਕੇ ਆ ਗਿਆ। ਉਹਨਾਂ ਨੂੰ ਮੁਰਾਦਾਂ ਪੂਰੀਆਂ ਹੋਈਆਂ ਵੇਖ ਕੇ ਬਹੁਤ ਖੁਸ਼ੀਆਂ ਹੋਈਆਂ। ਠੇਕੇਦਾਰ ਦਾ ਉਧਾਰ ਲਾ ਕੇ ਬਚਦਾ ਰੁਪਇਆ ਖੀਸੇ ਪਾ ਕੇ ਯਾਰ ਮੰਡਲੀ ਸਮੇਤ ਮੈਂ ਚਿਰਾਗਾਂ ਦੇ ਮੇਲੇ ਚਲਾ ਗਿਆ। 2-3 ਦਿਨ ਉੱਥੇ ਹੀ ਸਾਰਾ ਰੁਪਇਆ ਨਾਚ ਮੁਜਰੇ ਤੇ ਸ਼ਰਾਬ ਆਦਿਕ ਦੇ ਮੂੰਹ ਉਡਾ ਦਿੱਤਾ। ਇੱਧਰ ਮੇਲਾ ਵਿਛੜਿਆ ਤੇ ਉੱਧਰ ਮੇਰੀ ਖੀਸੇ ਝਾੜ ਹੋ ਗਈ। ਆਖਰ ਹਾਰੇ ਹੋਏ ਜਵਾਰੀਏ ਵਾਂਗੂ ਲਾਚਾਰ ਘਰ ਨੂੰ ਮੁੜਨਾ ਪਿਆ। ਬਸ ਇੱਥੋਂ ਹੀ ਮੇਰੇ ਕਰਜ਼ੇ ਦਾ ਸ੍ਰੀ ਗਣੇਸ਼ ਸ਼ੁਰੂ ਹੋਇਆ। ਜਦੋਂ ਇਸ ਗੱਲ ਦਾ ਪਤਾ ਮੇਰੀ ਧਰਮ ਮਾਤਾ ਨੂੰ ਲੱਗਾ ਤਾਂ ਉਹ ਬਹੁਤ ਦੁਖੀ ਹੋਏ ਤੇ ਮੈਨੂੰ ਫੇਰ ਸਮਝਾਉਣ ਦਾ ਯਤਨ ਕੀਤਾ। ਪੱਥਰ ਨੂੰ
ਪਾਣੀ ਦੀਆਂ ਕਣੀਆਂ ਕੀ ਪੋਹ ਸਕਦੀਆਂ ਸਨ। ਆਖਰ 2-3 ਵੇਰੀ ਉਹਨਾਂ ਨੇ ਮੇਰਾ ਕਰਜ਼ਾ ਲਾਹਿਆ, ਪਰ ਜਦੋਂ ਉਹਨਾਂ ਨੇ ਵੇਖਿਆ ਭਈ ਮੈਂ ਕਿਸੇ ਤਰ੍ਹਾਂ ਵੀ ਆਪਣੀ ਤੋਂ ਨਹੀਂ ਮੁੜਦਾ ਤਾਂ ਉਹਨਾਂ ਨੇ ਮੈਨੂੰ ਮੇਰੇ ਹਾਲ ਉੱਪਰ ਹੀ ਛੱਡ ਦਿੱਤਾ। ਫਕੀਰ ਵੇਸ਼ 'ਚ ਕੰਜਰਾਂ ਦੇ ਦਲਾਲ। ਉਸਤਾਦ ਸਾਹਿਬ ਦੀ ਕਿਰਪਾ ਨਾਲ ਤਾਂ ਮੈਂ ਲਾਲ ਪਰੀ ਸ਼ਰਾਬ ਦਾ ਆਸ਼ਿਕ ਹੋਇਆ ਤੇ ਮਿੱਤਰਾਂ ਦੀ ਦਇਆ ਨਾਲ ਕਰਜ਼ਾ ਚੁੱਕਣਾ ਸਿੱਖਿਆ। ਹੁਣ ਸਾਈਂ ਜੀ ਦੀ ਮਿਹਰ ਦਾ ਵੀ ਰਤਾ ਮੁਲਾਜ਼ਾ ਕਰ ਲਓ। ਇੱਕ ਦਿਨ ਇੱਕ ਮੁਸਲਮਾਨ ਫਕੀਰ, ਜੋ ਪਹਿਲਾਂ ਵੀ ਕਦੀ-ਕਦੀ ਸਾਡੇ ਪਿੰਡ ਆਇਆ ਕਰਦਾ ਸੀ ਤੇ ਲੋਕੀ ਉਸ ਨੂੰ ਸੰਤ ਲੋਕ ਖਿਆਲ ਕਰਦੇ ਸਨ, ਸਾਡੇ ਪਿੰਡ ਆਇਆ। ਉਹਦੇ ਚੇਲੇ ਚਾਟੜੇ ਵੀ ਸਾਡੇ ਪਿੰਡ ਕਈ ਸਨ। ਉਹ ਸ਼ਰਾਬੀ ਵੀ ਅਵਲ ਦਰਜੇ ਦਾ ਸੀ ਤੇ ਗਾਉਂਦਾ ਵੀ ਸੋਹਣਾ ਸੀ। ਉਸਦੇ ਚੇਲਿਆਂ ਨੇ ਉਸ ਸੰਬੰਧੀ ਇਹ ਮਸ਼ਹੂਰ ਕਰ ਰੱਖਿਆ ਸੀ ਕਿ ਸਾਈਂ ਜੀ ਸ਼ਰਾਬ ਤਾਂ ਸਿਰਫ ਲੋਕਾਚਾਰੀ ਪੀਂਦੇ ਹਨ, ਤਾਂ ਜੋ ਉਹਨਾਂ ਦੀ ਰੱਬ ਦੇ ਘਰ ਵਿੱਚ ਪਹੁੰਚਦਾ ਲੋਕਾਂ ਨੂੰ ਪਤਾ ਨਾ ਲੱਗ ਜਾਵੇ ਤੇ ਲੋਕੀ ਐਵੇਂ ਮਗਰ ਨਾ ਪੈ ਜਾਣ। ਗੱਲ ਕੀ, ਇਹਨਾਂ ਗੱਲਾਂ ਵਿੱਚ ਮੇਰਾ ਭੁੱਲ ਜਾਣਾ ਕੋਈ ਵੱਡੀ ਗੱਲ ਨਹੀਂ ਸੀ। ਸਾਈਂ ਜੀ ਨਾਲ ਮੇਰੀ ਚੰਗੀ ਵਾਕਬੀ ਹੋ ਗਈ ਤੇ ਅਸੀਂ ਇਕੱਠੇ ਸ਼ਰਾਬ ਪੀਣ ਖਾਣ ਲੱਗ ਪਏ। ਜਦੋਂ ਸਾਈਂ ਜੀ ਦੇ ਨਾਲ ਸ਼ਰਾਬ ਪੀਂਦਿਆਂ ਕੁਝ ਦਿਨ ਗੁਜ਼ਰ ਗਏ ਤਾਂ ਮੇਰੇ ਸੁਭਾਅ ਤੇ ਵਾਦੀਆਂ ਦਾ ਉਸਨੇ ਚੰਗੀ ਤਰ੍ਹਾਂ ਰਾੜਾ ਲੈ ਲਿਆ। ਉਸਨੇ ਨਿਸ਼ਚਾ ਕਰ ਲਿਆ ਜੋ ਇਹ ਕਬੂਤਰ ਜ਼ਰੂਰ ਜਾਲ ਵਿੱਚ ਫਸ ਜਾਏਗਾ। ਇੱਕ ਦਿਨ ਉਸਨੇ ਮੈਨੂੰ ਅਜਿਹੀ ਰਮਜ ਨਾਲ ਠਕੋਰਿਆ ਕਿ ਜਿਸ ਤੋਂ ਉਸਦਾ ਪਰਦਾ ਵੀ ਬਣਿਆ ਰਹੇ ਤੇ ਮੈਂ ਵੀ ਜਾਲ ਵਿੱਚ ਫਸ ਜਾਵਾਂ। ਉਹ ਆਖਣ ਲੱਗਾ ਕਿ ਮੌਲਾ, ਇੱਕ ਦਿਨ ਕਦੀ ਸਾਡੇ ਅੰਮ੍ਰਿਤਸਰ ਤਾਂ ਚੱਲੋ, ਮੈਂ ਆਪ ਜੀ ਨੂੰ ਉਹ ਚੀਜ਼ ਵਿਖਾਵਾਂਗਾ ਜੋ ਆਪ ਨੇ ਅੱਜ ਤੱਕ ਨਾ ਵੇਖੀ ਹੋਵੇ। ਮੈਂ ਪੁੱਛਿਆ, ਸਾਈਂ ਜੀ, ਉਹ ਇਹੋ ਜਿਹੀ ਕੀ ਸ਼ੈ ਆ? ਆਪ ਦੱਸੋ ਤਾਂ ਸਹੀ। ਸਾਈਂ ਜੀ ਨੇ ਫਰਮਾਇਆ, ਰੱਬ ਦੇ ਗੁਪਤ ਭੇਦਾਂ ਨੂੰ ਇਸ ਤਰ੍ਹਾਂ ਖੋਲ੍ਹਣ ਦਾ ਹੁਕਮ ਨਹੀਂ ਹੈ। ਜਦੋਂ ਆਪ ਚੱਲੋਗੇ ਤਾਂ ਖੁਦ ਹੀ ਆਪਣੀ ਅੱਖੀਂ ਵੇਖ ਲਓਗੇ। ਖੈਰ, ਮੈਂ ਅਗਲੇ ਦਿਨ ਸਾਈਂ ਜੀ ਨਾਲ ਅੰਮ੍ਰਿਤਸਰ ਗਿਆ। ਪਹਿਲਾਂ ਸ਼ਰਾਬਖਾਨਿਓਂ ਥੋੜ੍ਹੀ ਸ਼ਰਾਬ ਪੀਤੀ ਤੇ ਰਤਾ ਨਸ਼ਾ ਖਿੜ ਪੈਣ ਉੱਪਰ ਸਾਈਂ ਜੀ ਨੇ ਕਿਹਾ, ਅੱਜ ਮੈਂ ਆਪ ਨੂੰ ਉਹ ਪ੍ਰੀਤਮ ਮਸ਼ੂਕ ਦਿਖਾਉਂਦਾ ਹਾਂ ਜਿਸ ਦਾ ਸਾਨੀ ਅੱਜ ਤੱਕ ਆਪ ਨੇ ਨਹੀਂ ਡਿੱਠਾ ਹੋਣਾ। ਮੈਂ ਉਸ ਦੀ ਗੱਲ ਸਮਝ ਤਾਂ ਗਿਆ, ਪਰ ਮੈਨੂੰ ਇਹ ਪਤਾ ਨਾ ਲੱਗ ਸਕਿਆ ਕਿ ਇਹ ਮੈਨੂੰ ਕਿਹੜੇ ਮਸ਼ੂਕ ਦੀ ਦਰਗਾਹ ਵਿੱਚ ਲੈ ਜਾਣਾ ਚਾਹੁੰਦਾ ਹੈ ਤੇ ਉਹ ਹੈ ਕਿੱਥੇ। ਮੂਰੇ ਸਾਈਂ ਜੀ ਤੇ ਮਗਰ ਮੈਂ ਟੁਰ ਪਿਆ। ਜਦੋਂ ਰਾਮਬਾਗ ਬਾਜ਼ਾਰ ਦੇ ਆਖਰੀ ਸਿਰੇ ਉੱਪਰ ਪੁੱਜੇ ਤਾਂ ਸਾਈਂ ਜੀ ਇੱਕ ਮਕਾਨ ਦੀਆਂ ਪੌੜੀਆਂ ਚੜ੍ਹਨ ਲੱਗੇ। ਮੈਂ ਵੀ ਉਹਨਾਂ ਦੇ ਪਿੱਛੇ ਚੜ੍ਹਦਾ ਗਿਆ। ਆਖਰ ਇੱਕ ਦਰਵਾਜ਼ੇ ਉੱਪਰ ਪਹੁੰਚ ਕੇ ਸਾਈਂ ਜੀ ਨੇ ਬੂਹਾ ਖੜਕਾਇਆ ਤਾਂ ਅੰਦਰੋਂ ਫੌਰਨ ਖੁੱਲ੍ਹ ਗਿਆ ਤੇ ਅਸੀਂ ਦੋਵੇਂ ਅੰਦਰ ਜਾ ਵੜੇ। ਘਰ ਵਾਲਿਆਂ ਨੇ ਬੜੇ ਪ੍ਰੇਮ ਸਤਿਕਾਰ ਨਾਲ ਸਾਈਂ ਜੀ ਦੀ ਆਗਤ ਭਾਗਤ ਕੀਤੀ ਤੇ ਸਾਨੂੰ ਦੋਹਾਂ ਨੂੰ ਆਦਰ ਨਾਲ ਬਹਾਇਆ ਤੇ ਸਾਈਂ ਜੀ ਦੀ ਸੇਵਾ ਵਿੱਚ ਬੜੀ ਨਿਮਰਤਾ ਨਾਲ ਬੇਨਤੀ ਕੀਤੀ। ਕਈ ਦਿਨਾਂ ਤੋਂ ਆਪ ਜੀ ਦਾ ਰਾਹ ਤੱਕਦਿਆਂ ਸਾਡੀਆਂ ਅੱਖੀਆਂ ਪੱਕ ਗਈਆਂ ਹਨ। ਅੱਜ ਵੱਡੀ ਮਿਹਰ ਕੀਤੀ ਹੈ ਜੋ ਅਸਾਂ ਆਜ਼ਜ਼ਾਂ ਨੂੰ ਦੀਦਾਰ ਬਖਸ਼ੇ ਹਨ। ਸਾਈਂ ਜੀ ਨੇ ਮੇਰੇ ਵੱਲ ਸੈਨਤ ਕਰਕੇ ਕਿਹਾ, ਇਹਨਾਂ ਸਰਦਾਰ ਸਾਹਿਬਾਂ ਨੇ ਮੇਰੇ ਉੱਤੇ ਪ੍ਰੇਮ ਦੀ ਕੋਈ ਅਜਿਹੀ ਭੋਰੀ ਪਾਈ ਹੈ ਕਿ ਕਿਸੇ ਪਾਸੇ ਹੱਲਣ ਜੋਗਾ ਨਹੀਂ ਛੱਡਿਆ। ਲਾਗੇ ਬੈਠੀ ਇੱਕ ਕੰਜਰੀ ਨੇ ਸਿਰ ਹਿਲਾ ਕੇ ਆਖਿਆ, ਹਾਂਜੀ, ਕਿਉਂ ਨਾ ਹੋਵੇ, ਅਮੀਰ ਜੋ ਹੋਏ। ਅਮੀਰਾਂ ਨੂੰ ਹੀ ਤਾਂ ਫਕੀਰਾਂ ਨਾਲ ਪ੍ਰੇਮ ਹੁੰਦਾ ਹੈ। ਕਿਸੇ ਕੰਗਾਲ ਨੇ ਫਕੀਰਾਂ ਨਾਲ ਖਾਕ ਮੁਹੱਬਤ ਕਰਨੀ। ਇਹਨੂੰ ਇੱਕ ਆਦਮੀ ਬਾਜ਼ਾਰ ਤੋਂ ਅੰਗਰੇਜ਼ੀ ਸ਼ਰਾਬ ਦੀ ਇੱਕ ਬੋਤਲ ਲੈ ਆਇਆ, ਜਿਸ ਨੂੰ ਸਾਈਂ ਜੀ ਨੇ ਕੰਜਰਾਂ ਦੀ ਫਾਰਸੀ ਵਿੱਚ ਸਮਝਾ ਕੇ ਸ਼ਰਾਬ ਲੈਣ ਲਈ ਘੱਲਿਆ ਸੀ। ਸ਼ਖਸ ਨੇ ਬੋਤਲ ਦੋਹਾਂ ਦੇ ਮੂਹਰੇ ਟਿਕਾ ਦਿੱਤੀ। ਸਾਈਂ ਜੀ ਨੇ ਲਾਗੇ ਬੈਠੀ ਕੰਜਰੀ ਨੂੰ ਕਿਹਾ, ਬੇਗਮ ਕਿੱਥੇ ਹੈ? ਉਸਨੇ ਬੇਗਮ ਦਾ ਨਾਮ ਲੈ ਕੇ ਆਵਾਜ਼ ਮਾਰੀ ਤਾਂ ਫੌਰੀ ਕੰਜਰੀ ਦੀ ਇੱਕ ਲੜਕੀ ਆ ਗਈ। ਸਾਈਂ ਜੀ ਨੇ ਉਸਦੇ ਆਉਂਦਿਆਂ ਹੀ ਹੱਥ ਉੱਤੇ ਹੱਥ ਮਾਰ ਕੇ ਖੇੜ ਹੱਸਦਿਆਂ ਲਾਗੇ ਬੈਠੀ ਔਰਤ ਦਾ ਨਾਮ ਲੈ ਕੇ ਆਖਿਆ, ਉਮਰੀਏ ਮੌਲਾ ਨੇ ਜੋੜੀ ਤਾਂ ਖੂਬ ਮਿਲ ਦਿੱਤੀ ਹੈ। ਉਸਨੇ ਉੱਤਰ ਦਿੱਤਾ, ਆਪ ਜਿਹੇ ਸਾਈਂ ਲੋਕਾਂ ਦੀ ਦੁਆ ਚਾਹੀਏ। ਬਸ ਹੁਣ ਇੱਥੇ ਵਧੇਰੇ ਲਿਖਣ ਦੀ ਲੋੜ ਨਹੀਂ। ਅੱਜ ਤੋਂ ਸਾਈਂ ਜੀ ਦੀ ਕਿਰਪਾ ਨਾਲ ਮੈਂ ਸਰੰਗੀ ਤਬਲੇ ਦੀ ਸੁਰ ਉੱਤੇ ਇੰਨਾ ਮਸਤ ਹੋਇਆ ਕਿ ਜਿੰਨਾ ਚਿਰ ਕਿਸੇ ਅਕਾਲੀ ਸ਼ਕਤੀ ਨੇ ਮੈਨੂੰ ਇਸ ਕੁੰਭੀ ਨਰਕ ਵਿੱਚੋਂ ਖਿੱਚ ਕੇ ਨਹੀਂ ਕੱਢਿਆ, ਮੈਂ ਅੱਖ ਤੱਕ ਨਹੀਂ ਉਗਾੜੀ। ਇਸ ਅਕਾਲੀ ਸ਼ਕਤੀ ਦਾ ਜ਼ਿਕਰ ਮੈਂ ਅਗਾਂਹ ਜਾ ਕੇ ਦੂਜੇ ਕਾਂਡ ਵਿੱਚ ਕਰਾਂਗਾ, ਜਿਸ ਦੀ ਕਿਰਪਾ ਨਾਲ ਮੈਨੂੰ ਧਾਰਮਿਕ ਤੇ ਕੌਮੀ ਜੀਵਨ ਪ੍ਰਾਪਤ ਹੋਇਆ। ਮੇਰੀ ਅਰਧੰਗੀ। ਮੇਰੀਆਂ ਮਾਈਆਂ ਤੋਂ ਛੁੱਟ ਮੇਰੀ ਘਰਵਾਲੀ ਵਹੁਟੀ ਦੇ ਦਿਲ ਵਿੱਚ ਮੇਰੀਆਂ ਕਰਤੂਤਾਂ ਦਾ ਜੋ ਦੁੱਖ ਸੀ, ਉਸ ਦਾ ਅਨੁਮਾਨ ਸਵਾਏ ਉਹਨਾਂ ਦੇਵੀਆਂ ਦੇ ਕੋਈ ਨਹੀਂ ਕਰ ਸਕਦਾ।
ਜਿਨ੍ਹਾਂ ਦੇ ਕੰਤ ਮੇਰੇ ਵਰਗੇ ਨਾਲਾਇਕ ਹਨ ਤੇ ਜੋ ਵਿਚਾਰੀਆਂ ਦੁੱਖਾਂ ਦੀ ਭੱਠੀ ਵਿੱਚ ਦਿਨ ਰਾਤ ਸੜ ਸੜ ਕੇ ਮਨੂਰ ਬਣ ਰਹੀਆਂ ਹਨ। ਵਿਚਾਰੀਆਂ ਹਾਲ ਪੁਕਾਰ ਕਰਨ ਤਾਂ ਕਿਹਦੇ ਕੋਲ? ਜਿਸ ਭਾਈਚਾਰੇ ਸਮਾਜ ਨੇ ਉਹਨਾਂ ਦੀ ਦੁਹਾਈ ਸੁਣਨੀ ਸੀ, ਉਸ ਨੇ ਤਾਂ ਪਹਿਲਾਂ ਹੀ ਉਹਨਾਂ ਵਿਚਾਰੀਆਂ ਦੀ ਆਤਮਾ ਨੂੰ ਪੈਰਾਂ ਥੱਲੇ ਕੁਚਲ ਛੱਡਿਆ ਹੈ ਤੇ ਉਹਨਾਂ ਦੇ ਹੱਕ ਗੋਲੀਆਂ ਸਮਾਨ ਵੀ ਨਹੀਂ ਰੱਖੇ। ਮਰਦ ਭਾਵੇਂ ਕਿੰਨਾ ਵੀ ਦੁਰਾਚਾਰੀ ਤੇ ਬਦਮਾਸ਼ ਕਿਉਂ ਨਾ ਹੋਵੇ, ਤੀਵੀਂ ਨੂੰ ਉਸਦਾ ਹਰ ਇੱਕ ਹੁਕਮ ਮੰਨਣਾ ਹੀ ਪਵੇਗਾ। ਭਾਵੇਂ ਉਹ ਕਿੰਨਾ ਵੀ ਸਦਾਚਾਰ ਤੋਂ ਡਿੱਗਾ ਹੋਇਆ ਕਿਉਂ ਨਾ ਹੋਵੇ, ਤੀਵੀਂ ਨੂੰ ਚਾਹੀਦਾ ਹੈ ਕਿ ਉਸ ਨੂੰ ਪਰਮੇਸ਼ਰ ਬਰਾਬਰ ਨਿਹਕਲੰਕ ਮੰਨੇ। ਇਸੇ ਵਿੱਚ ਉਸ ਦਾ ਛੁਟਕਾਰਾ ਹੈ। ਨਹੀਂ ਤਾਂ ਚੰਗੀ ਦੇਵੀ ਦੁਰਾਚਾਰੀ ਤੋਂ ਦੁਰਾਚਾਰੀ ਮਰਦ ਦੀ ਹੁਕਮ ਅਦੂਲੀ ਕਰਨ ਦੇ ਜੁਰਮ ਵਿੱਚ ਘਰੋਂ ਕੱਢੀ ਜਾ ਸਕਦੀ ਹੈ। ਪਰ ਮਰਦ ਹਜ਼ਾਰ ਬਦਮਾਸ਼ੀ ਤੇ ਐਬ ਕਰਨ ਉੱਪਰ ਵੀ ਘਰ ਦਾ ਉਸੇ ਤਰ੍ਹਾਂ ਮਾਲਕ ਹੈ ਜਿਹਾ ਕਿ ਇੱਕ ਅੱਛੇ ਤੋਂ ਹੱਛਾ ਆਦਮੀ। ਪਿਆਰੇ ਦੇ ਇਸ ਅਤਿਆਚਾਰ ਨੇ ਹੀ ਅੱਜ ਸਾਡੇ ਦੇਸ਼ ਨੂੰ ਗੁਲਾਮੀ ਜਿਹਾ ਗੰਦਾ ਜੀਵਨ ਬਤੀਤ ਕਰਨ ਉੱਪਰ ਮਜਬੂਰ ਕੀਤਾ ਹੋਇਆ। ਕਿਉਂ ਜੇ ਜਿਨ੍ਹਾਂ ਦੇਸ਼ਾਂ ਵਿੱਚ ਮਾਵਾਂ ਦਾ ਆਦਰ ਮਾਣ ਨਹੀਂ ਹੁੰਦਾ, ਤੀਵੀਆਂ ਦੇ ਸਦਾਚਾਰਕ ਅਧਿਕਾਰ ਨਹੀਂ, ਉਹਨਾਂ ਦੇਸ਼ਾਂ ਦੀਆਂ ਮਾਵਾਂ ਭਲਾ ਕਿਵੇਂ ਆਜ਼ਾਦ ਖਿਆਲ ਦੇ ਸੂਰਬੀਰ ਸੰਤਾਨ ਪੈਦਾ ਕਰ ਸਕਦੀਆਂ ਹਨ, ਜਦੋਂ ਕਿ ਉਹ ਖੁਦ ਹੀ ਗੁਲਾਮ ਤੇ ਦਾਸੀਆਂ ਹਨ। ਉਹਨਾਂ ਦੀ ਸੰਤਾਨ ਤਾਂ ਉਹੋ ਜਿਹੀ ਡਰਾਕਲ ਤੇ ਗੁਲਾਮ ਪੈਦਾ ਹੋਵੇਗੀ ਜਿਹਾ ਕਿ ਉਹ ਖੁਦ ਡਰਾਕਲ ਤੇ ਗੁਲਾਮ ਹਨ। ਕਿਤਾਬ ਮੇਰੀ ਰਾਮ ਕਹਾਣੀ, ਲੇਖਕ ਬਾਬਾ ਸੋਹਣ ਸਿੰਘ ਪਕਨਾ, ਸੰਪਾਦਕ ਰਾਜਵਿੰਦਰ ਸਿੰਘ ਰਾਹੀ। ਤੁਸੀਂ ਸੁਣ ਰਹੇ ਸੀ ਕਿਤਾਬ ਦਾ ਤੀਜਾ ਭਾਗ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।